मैं ਗੁਰਮੀਤ ਸਿੰਘ ਤੁਹਾਡਾ ਸਾਡੇ ਚੈਨਲ 24/7 ਐਜੂਕੇਸ਼ਨ ਹੱਬ ਤੇ ਸਵਾਗਤ ਕਰਦਾ ਹਾਂ। ਜਿਵੇਂ ਤੁਹਾਨੂੰ ਪਤਾ ਸਟੂਡੈਂट्स कि ਅਸੀਂ जो हिस्ट्री ਦੇ ਇੰਪੋਰਟੈਂਟ MCQ ਕਰ ਰਹੇ ਹਾਂ, ठीक है जी। ਉਸ ਦਾ ਮਾਡਰਨ ਇੰਡੀਆ ਦਾ जो ਇੰਪੋਰਟੈਂਟ ਪਾਰਟ ਹੈ ਮਾਡਰਨ ਇੰਡੀਆ, ठीक है, ਉਹ ਚੱਲ ਰਿਹਾ ਤੇ ਉਸ ਦੇ ਵਿੱਚ ਅਸੀਂ ਅੱਜ ਜੋ ਕਰਾਂਗੇ ਉਹ ਇੰਪੋਰਟੈਂਟ ਪ੍ਰਸ਼ਨ ਹੋਣਗੇ, ठीक है जी। ਗਾਂਧੀਅਨ ਐਰਾ, ਗਾਂਧੀ ਯੁੱਗ, ਇਹਨਾਂ ਦੇ ਜੋ ਇੰਪੋਰਟੈਂਟ ਪ੍ਰਸ਼ਨ ਬਣਨਗੇ। ਸਰਦਾਰ ਭਗਤ ਸਿੰਘ, ठीक है जी, ਤੇ ਹੋਰ ਜਿੰਨੇ ਵੀ ਕ੍ਰਾਂਤੀਕਾਰੀ ਹੋਏ ਤੇ ਅੰਦੋਲਨ ਚੱਲੇ, ठीक है, ਉਹਨਾਂ ਦੇ ਜੋ ਇੰਪੋਰਟੈਂਟ MCQ ਬਣਦੇ ਨੇ, ठीक है जी, ਉਹ ਅਸੀਂ ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਤੇ ਸਾਡੇ ਕੋਲ ਜੋ ਪਹਿਲਾ ਪ੍ਰਸ਼ਨ ਹੈ ਉਹ ਹੈ ਜੀ, ਬੰਗਾਲ ਦੀ ਵੰਡ ਦੇ ਵਿਰੋਧ ਵਿੱਚ ਕੀਤੇ ਗਏ ਅੰਦੋਲਨ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਸਵਦੇਸ਼ੀ ਅੰਦੋਲਨ, ਭਾਰਤੀ ਅੰਦੋਲਨ, ਬੰਗਾਲ ਅੰਦੋਲਨ ਜਾਂ ਮੇਰਾ ਦੇਸ਼ ਅੰਦੋਲਨ, ठीक है जी। ਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 1 ਸਵਦੇਸ਼ੀ ਅੰਦੋਲਨ, ठीक है। ਸਵਦੇਸ਼ੀ ਅੰਦੋਲਨ ਕਦੋਂ ਹੋਇਆ? 1905 ਵਿੱਚ। ਇਹ ਆਪਾਂ ਨੂੰ ਕਿਵੇਂ ਯਾਦ ਰਹੇਗਾ? ਕਿਉਂਕਿ 1905 ਵਿੱਚ ਹੀ ਬੰਗਾਲ ਦੀ ਵੰਡ ਹੋਈ। ਕਿਸ ਨੇ ਕੀਤੀ? ਲਾਰਡ ਕਰਜ਼ਨ, ठीक है। ਤੇ ਬੰਗਾਲ ਦੀ ਵੰਡ ਦੇ ਵਿਰੋਧ ਵਿੱਚ ਜੋ ਅੰਦੋਲਨ ਹੋਇਆ ਸਵਦੇਸ਼ੀ ਅੰਦੋਲਨ ਕਦੋਂ ਹੋਇਆ? 1905 ਵਿੱਚ, ठीक है। ਇਸੇ ਕਰਕੇ 1905 ਵਿੱਚ ਬੰਗਾਲ ਦੀ ਵੰਡ ਹੋਈ ਤੇ ਉਸੇ ਹੀ ਸਾਲ ਵਿੱਚ ਸਵਦੇਸ਼ੀ ਅੰਦੋਲਨ ਹੋਇਆ, ठीक है जी। ਤੇ ਸਵਦੇਸ਼ੀ ਅੰਦੋਲਨ ਦੇ ਵਿੱਚ ਜੋ ਇਸ ਦੀ ਅਗਵਾਈ ਕੀਤੀ, ਕਿਸਨੇ ਕੀਤੀ? ਬਾਲ ਗੰਗਾਧਰ ਤਿਲਕ, ठीक है, ਲਾਲਾ ਲਾਜਪਤ ਰਾਏ, ਬਿਪਿਨ ਚੰਦਰ ਪਾਲ, ठीक है, ਅਰਵਿੰਦ ਘੋਸ਼। ਇਹਨਾਂ ਨੇ ਇਹ ਜੋ ਅੰਦੋਲਨ ਸੀ ਇਸ ਦੀ ਅਗਵਾਈ ਕੀਤੀ, ठीक है जी। ਤਾਂ ਆਪਾਂ ਨੈਕਸਟ ਪ੍ਰਸ਼ਨ 'ਤੇ ਚੱਲਦੇ ਹਾਂ। ਸਾਡੇ ਕੋਲ ਜੋ ਨੈਕਸਟ ਪ੍ਰਸ਼ਨ ਹੈ ਜੀ, ਨੈਸ਼ਨਲ ਕਾਂਗਰਸ ਦਾ ਸੂਰਤ ਸੈਸ਼ਨ ਕਿਸ ਸਮੇਂ ਵਿੱਚ ਹੋਇਆ? ਠੀਕ ਹੈ, ਕਾਂਗਰਸ ਦਾ ਜੋ ਸੂਰਤ ਸੈਸ਼ਨ ਹੋਇਆ ਕਿਸ ਸਾਲ 'ਚ ਹੋਇਆ? 1905 ਵਿੱਚ, 1907 ਵਿੱਚ, 1908 ਜਾਂ 1910। ਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 2 1907, ਠੀਕ ਹੈ। ਕਾਂਗਰਸ ਦਾ ਜੋ ਸੈਸ਼ਨ ਹੋਇਆ ਸੂਰਤ ਸੈਸ਼ਨ ਕਦੋਂ ਹੋਇਆ? 1907 ਵਿੱਚ ਹੋਇਆ, ਠੀਕ ਹੈ। ਤੇ ਇਸ ਦੇ ਵਿੱਚ ਇਸ ਦੀ ਕੀ ਵਿਸ਼ੇਸ਼ਤਾ ਇਸ ਸੈਸ਼ਨ ਦੀ? ਕਿਉਂਕਿ ਇਸੇ ਸੈਸ਼ਨ ਦੇ ਦੌਰਾਨ ਕਾਂਗਰਸ ਗਰਮ ਧੜਾ ਤੇ ਨਰਮ ਧੜਾ, ਠੀਕ ਹੈ ਜੀ, ਇਹਨਾਂ ਦੋ ਧੜਿਆਂ ਦੇ ਵਿੱਚ ਵੰਡੀ ਗਈ। ਗਰਮ ਧੜੇ ਦੇ ਜੋ ਨੇਤਾ ਸਨ ਉਹ ਸਨ ਜੀ ਲਾਲ, ਬਾਲ ਤੇ ਪਾਲ, ਠੀਕ ਹੈ ਜੀ। ਲਾਲ ਬਾਲ ਮਤਲਬ ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ, ਬਿਪਿਨ ਚੰਦਰ ਪਾਲ, ਠੀਕ ਹੈ। ਤੇ ਨਰਮ ਧੜਾ ਇਸ ਦੇ ਜੋ ਨੇਤਾ ਸਨ ਗੋਪਾਲ ਕ੍ਰਿਸ਼ਨ ਗੋਖਲੇ ਤੇ ਦਾਦਾ ਭਾਈ ਨਰੋਜੀ, ਠੀਕ ਹੈ ਜੀ, ਫਿਰੋਜ਼ ਸ਼ਾਹ ਮਹਿਤਾ। ਇਹ ਜੋ ਸਨ ਇਸ ਜੋ ਸੂਰਤ ਸੈਸ਼ਨ ਦੇ ਵਿੱਚ ਨਰਮ ਧੜਾ ਅਤੇ ਗਰਮ ਧੜਾ ਬਣੇ ਉਸ ਦੇ ਇਹ ਨੇਤਾ ਸਨ, ਠੀਕ ਹੈ। ਇਹ ਆਪਾਂ ਯਾਦ ਰੱਖਣਾ, ਇੰਪੋਰਟੈਂਟ ਫੈਕਟ ਨੇ। ਤੇ ਜੋ ਸਾਡੇ ਕੋਲ ਨੈਕਸਟ ਪ੍ਰਸ਼ਨ ਹੈ ਉਹ ਹੈ ਜੀ, ਹੋਮ ਰੂਲ ਅੰਦੋਲਨ ਕਿਸ ਸਾਲ ਵਿੱਚ ਸ਼ੁਰੂ ਹੋਇਆ? ਠੀਕ ਹੈ, ਹੋਮ ਰੂਲ ਅੰਦੋਲਨ 1906, 1910, 1912 ਜਾਂ 1916, ਠੀਕ ਹੈ ਜੀ। ਤੇ ਇਸ ਦਾ ਜੋ ਆਨਸਰ ਹੈ ਉਹ ਹੈ ਆਪਸ਼ਨ ਨੰਬਰ 4 1916। ਇਹ ਅੰਦੋਲਨ 1916 ਦੇ ਵਿੱਚ ਸ਼ੁਰੂ ਹੋਇਆ, ਠੀਕ ਹੈ ਜੀ। ਕਿਸ ਨੇ ਸ਼ੁਰੂ ਕੀਤਾ? ਬਾਲ ਗੰਗਾਧਰ ਤਿਲਕ। ਇਹਨਾਂ ਨੇ ਨਾਲ ਐਨੀ ਬੈਸੈਂਟ। ਐਨੀ ਬੈਸੈਂਟ ਕੌਣ ਸਨ? ਜੋ ਕਿ ਕਾਂਗਰਸ ਦੀ ਪਹਿਲੀ ਜੋ ਫੀਮੇਲ ਆਗੂ ਬਣੀ, ਲੀਡਰ ਬਣੀ, ਐਨੀ ਬੈਸੈਂਟ ਸੀ, ਠੀਕ ਹੈ। ਤੇ ਬਾਲ ਗੰਗਾਧਰ ਤਿਲਕ, ਇਹਨਾਂ ਬਾਰੇ ਆਪਾਂ ਇੱਕ ਇੰਪੋਰਟੈਂਟ ਗੱਲ ਯਾਦ ਰੱਖਣੀ ਹੈ, ਸਵਰਾਜ ਇਜ਼ ਮਾਈ ਬਰਥ ਰਾਈਟ ਐਂਡ ਆਈ ਸ਼ੈਲ ਹੈਵ ਇਟ, ਠੀਕ ਹੈ। ਇਹਨਾਂ ਨੇ ਕਿਹਾ, ਬਾਲ ਗੰਗਾਧਰ ਤਿਲਕ ਨੇ ਇਹ ਨਾਰਾ ਦਿੱਤਾ, ਠੀਕ ਹੈ ਜੀ, ਸਵਰਾਜ ਇਜ਼ ਮਾਈ ਬਰਥ ਰਾਈਟ ਐਂਡ ਆਈ ਸ਼ੈਲ ਹੈਵ ਇਟ, ਠੀਕ ਹੈ। ਤੇ ਇਹ ਗਰਮ ਧੜੇ ਦੇ ਨੇਤਾ ਸਨ। ਆਈ ਹੋਪ ਤੁਹਾਨੂੰ ਸਾਰੀਆਂ ਚੀਜ਼ਾਂ ਤੁਸੀਂ ਨੋਟ ਕਰਦੇ ਜਾਣਾ, ਠੀਕ ਹੈ, ਤੁਹਾਨੂੰ ਸਮਝ ਲੱਗ ਰਹੀਆਂ ਹੋਣਗੀਆਂ। ਦਿੱਲੀ ਤੋਂ ਪਹਿਲਾਂ ਭਾਰਤ ਦੀ ਰਾਜਧਾਨੀ ਕਿਹੜੀ ਸੀ? ਠੀਕ ਹੈ, ਦਿੱਲੀ ਤੋਂ ਪਹਿਲਾਂ ਜੋ ਭਾਰਤ ਸੀ ਉਸਦੀ ਰਾਜਧਾਨੀ ਕਲਕੱਤਾ, ਮੁੰਬਈ, ਲਖਨਊ ਜਾਂ ਸ਼ਿਮਲਾ।
ਤੇ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਆਪਸ਼ਨ ਨੰਬਰ 1 ਕਲਕੱਤਾ। ਦਿੱਲੀ ਤੋਂ ਪਹਿਲਾਂ ਜੋ ਭਾਰਤ ਦੀ ਰਾਜਧਾਨੀ ਸੀ ਉਹ ਕਲਕੱਤਾ ਸੀ, ਠੀਕ ਹੈ। ਤੇ ਦਿੱਲੀ ਕਦੋਂ ਬਣੀ? 1911 ਵਿੱਚ। 1911 ਵਿੱਚ ਇਸ ਦੀ ਅਨਾਊਂਸਮੈਂਟ ਹੋਈ ਕਿ ਹੁਣ ਰਾਜਧਾਨੀ ਕੀ ਹੋ, ਦਿੱਲੀ ਹੋ। ਤੇ ਸ਼ਿਫਟ ਕਦੋਂ ਹੋ ਗਿਆ ਇਹ ਸਾਰਾ? 1912 ਵਿੱਚ ਸ਼ਿਫਟ ਹੋਇਆ, ਠੀਕ ਹੈ ਜੀ। ਅਨਾਊਂਸਮੈਂਟ ਕਦੋਂ ਹੋਈ? 1911 ਵਿੱਚ, ਠੀਕ ਹੈ। ਜਦੋਂ ਜਾਰਜ 5, ਠੀਕ ਹੈ, ਜਾਰਜ ਇਹਨਾਂ ਦਾ ਭਾਰਤ ਵਿੱਚ ਰਾਜ ਅਭਿਸ਼ੇਕ ਹੋਇਆ, ਠੀਕ ਹੈ ਜੀ, ਕੋਰੋਨੇਸ਼ਨ, ਰਾਜ ਅਭਿਸ਼ੇਕ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਇਹ ਅਨਾਊਂਸਮੈਂਟ ਕੀਤਾ ਕਿ ਹੁਣ ਜੋ ਕੈਪੀਟਲ ਹੋਊਗੀ, ਰਾਜਧਾਨੀ ਹੋਊ, ਉਹ ਦਿੱਲੀ ਹੋਊਗੀ, ਠੀਕ ਹੈ ਜੀ। ਕਦੋਂ ਰਾਜ ਅਭਿਸ਼ੇਕ ਹੋਇਆ? 1911 ਵਿੱਚ ਹੋਇਆ, ਠੀਕ ਹੈ। ਤੇ ਇਸ ਤੋਂ ਬਾਅਦ ਜੋ ਦਿੱਲੀ ਨੂੰ ਪੂਰਾ ਡਿਜ਼ਾਈਨ ਕੀਤਾ ਗਿਆ, ਠੀਕ ਹੈ ਜੀ, ਵੱਖਰੀ ਸ਼ੇਪ ਦਿੱਤੀ ਗਈ। ਕਿਸ ਨੇ ਦਿੱਤੀ? ਐਡਵਿਨ ਲੁਟੀਅੰਸ। ਇਹ ਵੀ ਆਪਾਂ ਯਾਦ ਰੱਖਣਾ। ਕਿਹਨਾਂ ਨੇ? ਐਡਵਿਨ ਲੁਟੀਅੰਸ। ਇਹਨਾਂ ਨੇ ਪੂਰਾ ਦਿੱਲੀ ਸ਼ਹਿਰ ਨੂੰ ਜੋ ਸ਼ੇਪ ਦਿੱਤੀ, ਠੀਕ ਹੈ ਜੀ। ਮਹਾਤਮਾ ਗਾਂਧੀ ਨਾਲ ਦਾਂਡੀ ਮਾਰਚ ਦੀ ਅਗਵਾਈ ਹੇਠ ਲਿਖਿਆਂ ਵਿੱਚੋਂ ਕਿਸ ਨੇ ਕੀਤੀ? ਸਰੋਜਨੀ ਨਾਇਡੂ, ਐਨੀ ਬੇਸੈਂਟ, ਮੁਰਦਲਾ ਸਾਰਾਭਾਈ ਜਾਂ ਲక్ష్ਮੀ ਬਾਈ। ਤੇ ਜੋ ਦਾਂਡੀ ਮਾਰਚ ਆਪਾਂ ਨੂੰ ਪਤਾ ਹੈ ਕਿ ਨਮਕ ਮਾਰਚ, ਠੀਕ ਹੈ ਜੀ। ਨਮਕ ਮਾਰਚ ਵੀ ਕਹਿੰਦੇ ਆ ਕਿਉਂਕਿ ਇਸ ਦੇ ਵਿੱਚ ਇਹਨਾਂ ਨੇ ਨਮਕ ਦਾ ਕਾਨੂੰਨ ਤੋੜਿਆ, ਠੀਕ ਹੈ। ਇਹ ਕਦੋਂ ਹੋਇਆ ਸਟਾਰਟ? ਪਹਿਲਾਂ ਜਦ ਆਪਾਂ ਇਸ ਦਾ ਆਨਸਰ ਦੇਖਦੇ ਹਾਂ ਰਾਈਟ, ਕਿ ਇਸ ਦੇ ਨਾਲ ਜੋ ਗਾਂਧੀ ਜੀ ਨਾਲ ਇਸ ਦੀ ਅਗਵਾਈ ਕੀਤੀ ਕਿਸ ਨੇ ਕੀਤੀ? ਸਰੋਜਨੀ ਨਾਇਡੂ ਨੇ ਕੀਤੀ, ਠੀਕ ਹੈ। ਤੇ ਜੋ ਇਹ ਮਾਰਚ ਸ਼ੁਰੂ ਹੋਇਆ, ਕਦੋਂ ਸ਼ੁਰੂ ਹੋਇਆ? 12 ਮਾਰਚ 1930 ਵਿੱਚ, ਠੀਕ ਹੈ ਜੀ। 24 ਦਿਨਾਂ ਦੀ ਪੈਦਲ ਯਾਤਰਾ ਤੋਂ ਬਾਅਦ ਮਹਾਤਮਾ ਗਾਂਧੀ ਕਿੱਥੇ ਪਹੁੰਚੇ? ਦਾਂਡੀ ਵਿੱਚ ਪਹੁੰਚੇ। ਦਾਂਡੀ ਇੱਕ ਜਗ੍ਹਾ ਦਾ ਨਾਮ, ਠੀਕ ਹੈ। ਉੱਥੇ ਪਹੁੰਚੇ। ਉੱਥੇ ਜਾ ਕੇ ਇਹਨਾਂ ਨੇ ਨਮਕ ਦਾ ਕਾਨੂੰਨ ਤੋੜਿਆ, ਮਤਲਬ ਆਪ ਨਮਕ ਬਣਾਇਆ, ਠੀਕ ਹੈ ਜੀ। ਤੇ ਇਸ ਦੇ ਨਾਲ ਅੰਗਰੇਜ਼ਾਂ ਦਾ ਵਿਰੋਧ ਕੀਤਾ, ਠੀਕ ਹੈ। ਨਾ ਮਿਲਵਰਤਨ ਅੰਦੋਲਨ ਕਹਿ ਸਕਦੇ ਹਾਂ ਆਪਾਂ, ਸ਼ੁਰੂ ਕੀਤਾ। ਚੰਪਾਰਣ ਸੱਤਿਆਗ੍ਰਹਿ ਹੇਠ ਲਿਖਿਆਂ ਵਿੱਚੋਂ ਕਿਸ ਸਾਲ ਵਿੱਚ ਸ਼ੁਰੂ ਕੀਤਾ ਗਿਆ? ਠੀਕ ਹੈ। ਚੰਪਾਰਣ ਸੱਤਿਆਗ੍ਰਹਿ ਕਦੋਂ ਸ਼ੁਰੂ ਹੋਇਆ? 1915 ਵਿੱਚ, 1912 ਵਿੱਚ, 1916 ਵਿੱਚ ਜਾਂ 1917 ਵਿੱਚ। ਤੇ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਆਪਸ਼ਨ ਨੰਬਰ 4 1917 ਵਿੱਚ। ਚੰਪਾਰਣ ਸੱਤਿਆਗ੍ਰਹਿ ਕਦੋਂ ਸ਼ੁਰੂ ਹੋਇਆ? 1917 ਵਿੱਚ। ਕਿਸ ਨੇ ਸ਼ੁਰੂ ਕੀਤਾ? ਮਹਾਤਮਾ ਗਾਂਧੀ, ਠੀਕ ਹੈ। ਮਹਾਤਮਾ ਗਾਂਧੀ ਜੋ ਭਾਰਤ ਆਏ ਕਦੋਂ ਆਏ? 1915 ਵਿੱਚ ਆਏ, ਠੀਕ ਹੈ ਜੀ। ਭਾਰਤ ਆਏ ਕਿੱਥੋਂ ਆਏ? ਸਾਊਥ ਅਫਰੀਕਾ ਤੋਂ, ਠੀਕ ਹੈ। 1916 ਵਿੱਚ ਉਹਨਾਂ ਨੇ ਸਾਬਰਮਤੀ ਆਸ਼ਰਮ ਬਣਾਇਆ। ਕਿੱਥੇ ਬਣਾਇਆ? ਅਹਿਮਦਾਬਾਦ, ਗੁਜਰਾਤ, ਠੀਕ ਹੈ ਜੀ। ਤੇ 1917 ਵਿੱਚ ਜੋ ਪਹਿਲਾ ਸੱਤਿਆਗ੍ਰਹਿ ਕੀਤਾ, ਕਿਹੜਾ ਕੀਤਾ? 1917 ਵਿੱਚ ਚੰਪਾਰਣ ਸੱਤਿਆਗ੍ਰਹਿ ਕੀਤਾ, ਠੀਕ ਹੈ। ਕਿਸ ਦੇ ਹੱਕ ਵਿੱਚ? ਕਿਸਾਨਾਂ ਦੇ ਹੱਕ ਵਿੱਚ, ਨੀਲ ਦੀ ਖੇਤੀ ਦੇ ਵਿਰੋਧ ਵਿੱਚ, ਠੀਕ ਹੈ ਜੀ। ਨੀਲ ਦੀ ਖੇਤੀ ਲਈ ਕਿਸ ਦੇ ਨਾਲ ਕੀਤਾ? ਕਿਸਾਨਾਂ ਦੇ ਨਾਲ, ਕਿਸਾਨਾਂ ਦੇ ਹੱਕ ਵਿੱਚ ਕੀਤਾ, ਠੀਕ ਹੈ ਜੀ। ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਯਾਦ ਰੱਖਣਾ, ਠੀਕ ਹੈ। ਇਹ ਸਾਰੇ ਫੈਕਟ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਸਟੂਡੈਂਟਸ, ਜੋ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਇੱਥੋਂ ਹੀ ਕੁਐਸਚਨ ਬਣ ਜਾਣਾ ਹੈ, ਠੀਕ ਹੈ ਜੀ। ਇਸੇ ਕਰਕੇ ਤੁਸੀਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ, ਨੋਟ ਕਰਦੇ ਜਾਣਾ, ਠੀਕ ਹੈ। ਤਾਂ ਨੈਕਸਟ ਪ੍ਰਸ਼ਨ ਹੈ ਜੀ, ਮੋਤੀ ਲਾਲ ਨਹਿਰੂ ਅਤੇ ਚਿਤਰੰਜਨ ਦਾਸ ਦੁਆਰਾ ਮਿਲ ਕੇ ਕਿਸ ਪਾਰਟੀ ਦੀ ਸਥਾਪਨਾ ਕੀਤੀ ਗਈ? ਕਮਿਊਨਿਸਟ ਪਾਰਟੀ, ਸਮਾਜਵਾਦੀ ਪਾਰਟੀ, ਸਵਰਾਜ ਪਾਰਟੀ ਜਾਂ ਭਾਰਤੀ ਆਜ਼ਾਦ ਪਾਰਟੀ। ਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 3 ਸਵਰਾਜ ਪਾਰਟੀ, ਠੀਕ ਹੈ। ਇਸ ਪਾਰਟੀ ਦੀ ਸਥਾਪਨਾ ਕੀਤੀ ਗਈ ਤੇ ਕਦੋਂ ਕੀਤੀ ਗਈ? 1923 ਵਿੱਚ। 1923 ਵਿੱਚ, ਜਨਵਰੀ 1923 ਆਪਾਂ ਕਹਿ ਸਕਦੇ ਹਾਂ, ਜਨਵਰੀ 1923 ਵਿੱਚ ਇਸ ਸਵਰਾਜ ਪਾਰਟੀ ਦੀ ਸਥਾਪਨਾ ਕੀਤੀ ਗਈ। ਤੇ ਉਸ ਤੋਂ ਬਾਅਦ ਇਹ ਕਾਂਗਰਸ ਦੇ ਵਿੱਚ ਮਰਜ ਹੋਈ, ਠੀਕ ਹੈ ਜੀ। ਕਾਂਗਰਸ ਵਿੱਚ ਮਰਜ ਹੋ ਗਈ, ਠੀਕ ਹੈ। ਮੋਤੀ ਲਾਲ ਨਹਿਰੂ ਕੌਣ ਸਨ? ਜਵਾਹਰ ਲਾਲ ਨਹਿਰੂ ਉਹਨਾਂ ਦੇ ਪਿਤਾ ਸਨ, ਠੀਕ ਹੈ ਜੀ, ਮੋਤੀ ਲਾਲ ਨਹਿਰੂ। ਰੌਲਟ ਐਕਟ ਹੇਠ ਲਿਖਿਆਂ ਵਿੱਚੋਂ ਕਦੋਂ ਪਾਸ ਕੀਤਾ ਗਿਆ? 1917 ਵਿੱਚ, 1919 ਵਿੱਚ, 1923 ਜਾਂ 1925। ਤੇ ਇਸ ਦਾ ਜੋ ਰਾਈਟ ਆਨਸਰ ਹੈ ਰੌਲਟ ਐਕਟ ਕਦੋਂ ਪਾਸ ਕੀਤਾ ਗਿਆ? 1919 ਵਿੱਚ, ਠੀਕ ਹੈ ਜੀ, ਜਿਸ ਨੂੰ ਬਲੈਕ
ਐਕਟ ਵੀ ਕਹਿੰਦੇ ਕਾਲਾ ਕਾਨੂੰਨ, ਠੀਕ ਹੈ ਜੀ। ਬਲੈਕ ਐਕਟ ਵੀ ਇਸ ਨੂੰ ਕਿਹਾ ਗਿਆ। ਇਸ ਦੇ ਵਿੱਚ ਕੀ ਸੀ, ਜੋ ਹੈਬੀਅਸ ਕਾਰਪਸ ਆਪਾਂ ਨੂੰ ਪਤਾ ਹੈ, ਹੈਬੀਅਸ ਕਾਰਪਸ ਹੁੰਦਾ ਹੈ ਇੱਕ ਕਾਨੂੰਨੀ ਟਰਮ ਹੁੰਦੀ ਹੈ, ਉਸ ਨੂੰ ਸਸਪੈਂਡ ਕਰ ਦਿੱਤਾ ਗਿਆ, ਠੀਕ ਹੈ ਜੀ। ਬਿਲਕੁਲ ਖ਼ਤਮ ਕਰ ਦਿੱਤਾ ਗਿਆ ਹੈਬੀਅਸ ਕਾਰਪਸ, ਠੀਕ ਹੈ। ਵੀ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਪੁਲਿਸ ਆਪਣੀ ਮਰਜ਼ੀ ਦੇ ਨਾਲ ਜੇਲ੍ਹ ਵਿੱਚ ਰੱਖ ਸਕਦਾ ਹੈ, ਠੀਕ ਹੈ। ਅਤੇ ਇਸ ਦੇ ਵਿਰੋਧ ਦੇ ਵਿੱਚ, ਠੀਕ ਹੈ, ਜਲ੍ਹਿਆਂਵਾਲਾ ਬਾਗ 1919 ਵਿੱਚ ਵਿਰੋਧ ਕੀਤਾ ਗਿਆ, ਠੀਕ ਹੈ, ਜਿਸ ਦੇ ਵਿੱਚ ਡਾਕਟਰ ਸੱਤਿਆਪਾਲ ਅਤੇ ਸੈਫੂਦੀਨ ਕਿਚਲੂ ਉਹਨਾਂ ਦੀ ਗ੍ਰਿਫਤਾਰੀ ਹੋਈ, ਠੀਕ ਹੈ। ਅਤੇ ਉਸੇ ਗ੍ਰਿਫਤਾਰੀ ਦਾ ਵਿਰੋਧ ਕੀਤਾ ਗਿਆ ਜਲ੍ਹਿਆਂਵਾਲਾ ਬਾਗ ਦੇ ਵਿੱਚ, ਠੀਕ ਹੈ, 1919, ਜਿਸ ਦੇ ਵਿੱਚ ਜਲ੍ਹਿਆਂਵਾਲੇ ਬਾਗ ਦੀ ਘਟਨਾ ਹੁੰਦੀ ਹੈ, ਠੀਕ ਹੈ, ਆਪਾਂ ਨੂੰ ਸਭ ਨੂੰ ਪਤਾ ਹੈ, ਠੀਕ ਹੈ। ਵਿਸਾਖੀ ਵਾਲੇ ਦਿਨ ਦੀ ਘਟਨਾ ਹੋਈ। ਅਤੇ ਇਹ ਜੋ ਰੌਲਟ ਐਕਟ ਸੀ, ਠੀਕ ਹੈ ਜੀ, ਇਸ ਨੂੰ ਇੱਕ ਹੋਰ ਨਾਮ ਦਿੱਤਾ ਗਿਆ, ਨਾ ਦਲੀਲ, ਨਾ ਵਕੀਲ, ਨਾ ਅਪੀਲ, ਠੀਕ ਹੈ ਜੀ। ਨੋ ਦਲੀਲ, ਨੋ ਵਕੀਲ, ਨੋ ਅਪੀਲ, ਠੀਕ ਹੈ, ਇਸ ਐਕਟ ਨੂੰ ਨਾਮ ਦਿੱਤਾ ਗਿਆ। ਇਹ ਸਾਰੀਆਂ ਚੀਜ਼ਾਂ ਆਪਾਂ ਇਸ ਐਕਟ ਦੇ ਬਾਰੇ ਯਾਦ ਵਿੱਚ ਰੱਖਣੀਆਂ ਨੇ। ਅਤੇ ਸਾਡੇ ਕੋਲ ਜੋ ਨੈਕਸਟ ਪ੍ਰਸ਼ਨ ਹੈ ਉਹ ਹੈ, ਜਲ੍ਹਿਆਂਵਾਲਾ ਬਾਗ ਦੀ ਘਟਨਾ ਤੋਂ ਬਾਅਦ ਕਿਸ ਕਮਿਸ਼ਨ ਦੀ ਨਿਯੁਕਤੀ ਕੀਤੀ ਗਈ। ਜਲ੍ਹਿਆਂਵਾਲੇ ਬਾਗ ਦੀ ਘਟਨਾ ਆਪਾਂ ਨੂੰ ਪਤਾ ਹੈ ਕਦੋਂ ਹੋਈ, ਵਿਸਾਖੀ ਵਾਲੇ ਦਿਨ 1919 ਵਿੱਚ ਹੋਈ, ਠੀਕ ਹੈ। ਡਾਕਟਰ ਸੈਫੂਦੀਨ ਕਿਚਲੂ ਅਤੇ ਸੱਤਪਾਲ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਈ, ਜਦੋਂ ਰੌਲਟ ਐਕਟ ਆਇਆ 1919 ਦੇ ਵਿੱਚ, ਠੀਕ ਹੈ। ਸਾਰੀਆਂ ਚੀਜ਼ਾਂ ਨੂੰ ਲਿੰਕ ਕਰਦੇ ਜਾਣਾ ਆਪਾਂ। ਅਤੇ ਇਸ ਜੋ ਘਟਨਾ ਤੋਂ ਬਾਅਦ, ਠੀਕ ਹੈ ਜੀ, ਅਤੇ ਇਸ ਘਟਨਾ ਦੀ ਜੋ ਆਪਾਂ ਕਹਿ ਸਕਦੇ ਹਾਂ ਕਿ ਛਾਣਬੀਣ ਦੇ ਲਈ ਜੋ ਕਮਿਸ਼ਨ ਨਿਯੁਕਤ ਹੋਇਆ ਉਸ ਦਾ ਨਾਮ ਕੀ ਸੀ, ਹੰਟਰ ਕਮਿਸ਼ਨ, ਠੀਕ ਹੈ। ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ, ਠੀਕ ਹੈ। ਅਤੇ ਜਲ੍ਹਿਆਂਵਾਲੇ ਬਾਗ ਦੀ ਘਟਨਾ ਦੇ ਵਿਰੋਧ ਦੇ ਵਿੱਚ ਰਵਿੰਦਰਨਾਥ ਟੈਗੋਰ ਸਨ, ਉਹਨਾਂ ਨੂੰ ਉਪਾਧੀ ਮਿਲੀ ਹੋਈ ਸੀ ਨਾਈਟਹੁੱਡ ਦੀ ਉਪਾਧੀ, ਠੀਕ ਹੈ ਜੀ। ਨਾਈਟਹੁੱਡ ਦੀ ਉਪਾਧੀ ਉਹਨਾਂ ਨੇ ਵਾਪਸ ਕੀਤੀ, ਠੀਕ ਹੈ। ਜਲ੍ਹਿਆਂਵਾਲੇ ਬਾਗ ਦੀ ਘਟਨਾ, ਇਸ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਨਾਈਟਹੁੱਡ ਦੀ ਉਪਾਧੀ ਵਾਪਸ ਕਰ ਦਿੱਤੀ। ਇਹ ਜੋ ਫੈਕਟ ਹੁੰਦੇ ਨੇ, ਠੀਕ ਹੈ, ਘਟਨਾ ਦੇ ਨਾਲ ਸੰਬੰਧ ਰੱਖਦੇ ਨੇ, ਲੇਟ ਹੁੰਦੇ ਨੇ, ਆਪਾਂ ਯਾਦ ਰੱਖਦੇ ਜਾਣਾ ਉਹਨਾਂ ਨੂੰ। ਜੈ ਹਿੰਦ ਦਾ ਨਾਅਰਾ ਕਿਸ ਭਾਰਤੀ ਕ੍ਰਾਂਤੀਕਾਰੀ ਦੁਆਰਾ ਦਿੱਤਾ ਗਿਆ। ਮੋਤੀ ਲਾਲ ਨਹਿਰੂ, ਭਗਤ ਸਿੰਘ, ਮਹਾਤਮਾ ਗਾਂਧੀ ਜਾਂ ਸੁਭਾਸ਼ ਚੰਦਰ ਬੋਸ। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 4, ਸੁਭਾਸ਼ ਚੰਦਰ ਬੋਸ। ਇਹਨਾਂ ਦੁਆਰਾ ਹੀ ਜੈ ਹਿੰਦ ਦਾ ਨਾਅਰਾ ਦਿੱਤਾ ਗਿਆ। ਇਨਕਲਾਬ ਜ਼ਿੰਦਾਬਾਦ ਨਾਅਰਾ ਕਿਸ ਨੇ ਦਿੱਤਾ, ਸਭ ਨੂੰ ਪਤਾ ਹੈ, ਸਰਦਾਰ ਭਗਤ ਸਿੰਘ ਇਹਨਾਂ ਨੇ ਦਿੱਤਾ। ਜੈ ਜਵਾਨ ਜੈ ਕਿਸਾਨ ਨਾਅਰਾ ਕਿਸ ਨੇ ਦਿੱਤਾ, ਲਾਲ ਬਹਾਦਰ ਸ਼ਾਸਤਰੀ ਜੀ, ਉਹਨਾਂ ਨੇ ਦਿੱਤਾ, ਠੀਕ ਹੈ ਜੀ। ਆਰਾਮ ਹਰਾਮ ਹੈ, ਇਹ ਨਾਅਰਾ ਕਿਸ ਨੇ ਦਿੱਤਾ, ਜਵਾਹਰ ਲਾਲ ਨਹਿਰੂ, ਠੀਕ ਹੈ ਜੀ। ਇਹ ਨਾਅਰਾ ਕਿਸ ਨੇ ਦਿੱਤਾ, ਜਵਾਹਰ ਲਾਲ ਨਹਿਰੂ ਜੀ ਨੇ ਦਿੱਤਾ, ਠੀਕ ਹੈ। ਤਾਂ ਅਸੀਂ ਨੈਕਸਟ ਪ੍ਰਸ਼ਨ 'ਤੇ ਚੱਲਦੇ ਹਾਂ। ਨੈਕਸਟ ਪ੍ਰਸ਼ਨ ਹੈ ਜੀ, ਦੇਸ਼ ਬੰਧੂ ਦੀ ਉਪਾਧੀ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਦਿੱਤੀ ਗਈ। BR ਅੰਬੇਦਕਰ, ਮੋਤੀ ਲਾਲ ਨਹਿਰੂ, ਰਵਿੰਦਰਨਾਥ ਟੈਗੋਰ ਜਾਂ ਚਿਤਰੰਜਨ ਦਾਸ। ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 4, ਚਿਤਰੰਜਨ ਦਾਸ, ਠੀਕ ਹੈ। ਇਹਨਾਂ ਨੂੰ ਨਾਈਟਹੁੱਡ ਦੇਸ਼ ਬੰਧੂ, ਠੀਕ ਹੈ ਜੀ, ਇਹਨਾਂ ਨੂੰ ਦੇਸ਼ ਬੰਧੂ ਦੀ ਉਪਾਧੀ ਦਿੱਤੀ ਗਈ। ਅਤੇ ਨਾਈਟਹੁੱਡ ਦੀ ਉਪਾਧੀ ਕਿਸ ਨੂੰ ਦਿੱਤੀ ਗਈ, ਰਵਿੰਦਰਨਾਥ ਟੈਗੋਰ ਨੂੰ ਦਿੱਤੀ ਗਈ, ਜੋ ਇਹਨਾਂ ਨੇ 1919 ਵਿੱਚ ਜਲ੍ਹਿਆਂਵਾਲੇ ਬਾਗ ਦੀ ਘਟਨਾ ਤੋਂ ਬਾਅਦ ਵਾਪਸ ਕੀਤੀ, ਠੀਕ ਹੈ ਜੀ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਕਿਸ ਕਾਰਨ ਦਿੱਤੀ ਗਈ। 1928 ਵਿੱਚ ਸਾਂਡਰਸ ਦੀ ਹੱਤਿਆ ਕਾਰਨ, ਕਾਕੋਰੀ ਕਾਂਡ ਕਾਰਨ। ਕਾਕੋਰੀ ਕਾਂਡ ਆਪਾਂ ਨੂੰ ਪਤਾ ਹੈ ਜੋ ਟ੍ਰੇਨ ਦੇ ਵਿੱਚੋਂ ਸਮਾਨ ਸੀ ਉਹ ਲੁੱਟਿਆ ਗਿਆ, ਠੀਕ ਹੈ, ਉਸ ਘਟਨਾ ਦੇ ਵਿੱਚ। ਅਤੇ ਸਭਾ ਵਿੱਚ ਬੰਬ ਸੁੱਟਣ ਕਾਰਨ, ਸਾਈਮਨ ਕਮਿਸ਼ਨ ਵਿਰੋਧ ਕਾਰਨ, ਠੀਕ ਹੈ। ਜੋ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਕਿਸ ਦੇ ਕਾਰਨ ਹੋਈ, 1928 ਵਿੱਚ ਸਾਂਡਰਸ ਦੀ ਹੱਤਿਆ ਕਾਰਨ, ਠੀਕ ਹੈ ਜੀ। ਫਾਂਸੀ ਕਦੋਂ ਹੋਈ, 23 ਮਾਰਚ 1931। 23 ਮਾਰਚ 1931 ਨੂੰ ਫਾਂਸੀ ਹੋਈ, ਠੀਕ ਹੈ। ਭਗਤ ਸਿੰਘ ਦਾ ਜਨਮ ਆਪਾਂ ਨੂੰ ਪਤਾ ਹੈ 28 ਸਤੰਬਰ 1907 ਵਿੱਚ ਇਹਨਾਂ ਦਾ ਜਨਮ ਹੋਇਆ, ਠੀਕ ਹੈ ਜੀ। ਇਹਨਾਂ ਨੇ ਸਾਂਡਰਸ ਅੰਗਰੇਜ਼ ਅਫਸਰ ਸੀ ਉਸ ਨੂੰ ਕਿਉਂ ਮਾਰਿਆ, ਕਿਉਂਕਿ ਉਹਨਾਂ ਉਸ ਟਾਈਮ 'ਤੇ ਲਾਲਾ ਲਾਜਪਤ ਰਾਏ, ਠੀਕ ਹੈ ਜੀ, ਆਪਾਂ ਨੂੰ ਪਤਾ ਹੈ ਲਾਲਾ ਲਾਜਪਤ ਰਾਏ ਸਨ, ਉਹਨਾਂ ਨੂੰ ਜੋ ਡਾਂਗਾਂ ਦੇ ਨਾਲ ਉਹਨਾਂ ਦੀ ਹੱਤਿਆ ਕੀਤੀ ਗਈ ਸੀ, ਕਿਉਂਕਿ ਉਹਨਾਂ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ, ਠੀਕ ਹੈ। ਸਾਈਮਨ ਕਮਿਸ਼ਨ ਕਦੋਂ ਭਾਰਤ ਆਇਆ, 1927 ਵਿੱਚ ਭਾਰਤ ਆਇਆ, ਠੀਕ ਹੈ। ਅਤੇ ਉਸ ਦਾ ਵਿਰੋਧ ਕੀਤਾ ਲਾਲਾ ਜੀ ਉਹਨਾਂ ਨੇ ਵਿਰੋਧ ਕੀਤਾ।
ਤੇ ਉਹਨਾਂ ਦੀ ਹੱਤਿਆ ਤੋਂ ਬਾਅਦ, ਠੀਕ ਹੈ, ਜੋ ਇਹ ਦੇਸ਼ ਭਗਤ ਸਿੰਘ ਇਹਨਾਂ ਨੇ ਉਹਨਾਂ ਦੀ ਹੱਤਿਆ ਦੇ ਬਦਲੇ ਦੇ ਲਈ, ਠੀਕ ਹੈ, ਬਦਲਾ ਲੈਣ ਦੇ ਲਈ ਕਿਸ ਨੂੰ ਮਾਰਿਆ? ਸਾਂਡਰਸ ਨੂੰ ਮਾਰਿਆ, 1928 ਵਿੱਚ ਮਾਰਿਆ। ਠੀਕ ਹੈ, ਹੁਣ ਤੁਹਾਨੂੰ ਯਾਦ ਰੱਖਣ ਵਿੱਚ ਆਸਾਨੀ ਹੋਏਗੀ। ਤਾਂ ਨੈਕਸਟ ਪ੍ਰਸ਼ਨ 'ਤੇ ਚੱਲਦੇ ਹਾਂ। ਨਾ ਮਿਲਵਰਤਨ ਅੰਦੋਲਨ ਕਦੋਂ ਚਲਾਇਆ ਗਿਆ? 1917 ਵਿੱਚ, 1923 ਵਿੱਚ, 1920 ਵਿੱਚ ਜਾਂ 1921 ਵਿੱਚ? ਇਸ ਦਾ ਜੋ ਰਾਈਟ ਆਂਸਰ ਹੈ ਜੀ ਉਹ ਹੈ ਆਪਸ਼ਨ ਨੰਬਰ 3, 1920 ਵਿੱਚ। ਠੀਕ ਹੈ, ਨਾ ਮਿਲਵਰਤਨ ਅੰਦੋਲਨ ਕਦੋਂ ਚਲਾਇਆ ਗਿਆ? 1920 ਵਿੱਚ ਚਲਾਇਆ ਗਿਆ। ਠੀਕ ਹੈ ਜੀ। ਤੇ ਇਹ ਅੰਦੋਲਨ, ਠੀਕ ਹੈ, ਕਦੋਂ ਤੱਕ ਚੱਲਿਆ ਗਿਆ? 1922 ਤੱਕ ਚੱਲਿਆ। ਠੀਕ ਹੈ, ਕਿਸ ਨੇ ਚਲਾਇਆ? ਮਹਾਤਮਾ ਗਾਂਧੀ, ਉਹਨਾਂ ਨੇ ਚਲਾਇਆ। ਤੇ 1922 ਵਿੱਚ ਇਹ ਅੰਦੋਲਨ ਕਿਸ ਕਰਕੇ ਬੰਦ ਹੋਇਆ? ਕਿਉਂਕਿ ਚੋਰੀ ਚੋਰਾ ਇੰਸੀਡੈਂਟ ਹੋਇਆ, ਚੋਰੀ ਚੋਰਾ ਦੀ ਘਟਨਾ ਹੋਈ, ਜਿਸ ਦੇ ਵਿੱਚ ਜੋ ਲੋਕ ਸਨ ਉਹਨਾਂ ਨੇ ਇੱਕ ਪੁਲਿਸ ਸਟੇਸ਼ਨ ਨੂੰ ਅੱਗ ਲਾ ਦਿੱਤੀ, ਜਿਸ ਦੇ ਵਿੱਚ ਕਰੀਬ 22 ਪੁਲਿਸ ਅਫਸਰ ਸਨ, ਉਹਨਾਂ ਦੀ ਜਲ ਕੇ ਮੌਤ ਹੋ ਗਈ। ਠੀਕ ਹੈ, ਇਸੇ ਘਟਨਾ ਦੇ ਕਾਰਨ ਮਹਾਤਮਾ ਗਾਂਧੀ ਉਹਨਾਂ ਨੇ ਇਸ ਅੰਦੋਲਨ ਨੂੰ ਵਾਪਸ ਲੈ ਲਿਆ। ਠੀਕ ਹੈ ਜੀ, ਇਹ ਸਾਰੀ ਘਟਨਾ ਅੱਗੇ ਜਾਂਦੀ ਹੈ। ਠੀਕ ਹੈ, ਆਪਾਂ ਇਹਨੂੰ ਰਿਲੇਟ ਕਰਨਾ ਹੈ। ਠੀਕ ਹੈ, ਜੋ ਇਹ ਅੰਦੋਲਨ ਸੀ ਇਸ ਦੇ ਵਿੱਚ ਕੀ ਕੀਤਾ ਗਿਆ? ਜੋ ਅੰਗਰੇਜ਼ਾਂ ਦੀਆਂ ਸਾਰੀਆਂ ਵਸਤੂਆਂ ਸਨ, ਠੀਕ ਹੈ, ਉਹਨਾਂ ਦੇ ਸਕੂਲ ਕਾਲਜ ਜਾਂ ਉਹਨਾਂ ਦੀਆਂ ਜੋ ਸਮਾਨ ਸੀ, ਠੀਕ ਹੈ, ਉਸ ਦਾ ਸਾਰੇ ਦਾ ਬਾਈਕਾਟ ਕੀਤਾ ਗਿਆ, ਸੰਪੂਰਨ ਬਾਈਕਾਟ ਕੀਤਾ ਗਿਆ ਇਸ ਅੰਦੋਲਨ ਦੇ ਵਿੱਚ। ਠੀਕ ਹੈ, ਤੇ ਇਸ ਦੇ ਵਿੱਚ ਜੋ ਮਹਾਤਮਾ ਗਾਂਧੀ ਉਹਨਾਂ ਨੂੰ ਕੇਸਰੇ ਹਿੰਦ ਦੀ ਉਪਾਧੀ ਮਿਲੀ ਵੀ ਸੀ। ਠੀਕ ਹੈ ਜੀ, ਕੇਸਰੇ ਹਿੰਦ ਅੰਗਰੇਜ਼ਾਂ ਨੇ ਉਪਾਧੀ ਦਿੱਤੀ ਸੀ, ਉਹ ਉਪਾਧੀ ਇਹਨਾਂ ਨੇ ਵਾਪਸ ਕੀਤੀ। ਠੀਕ ਹੈ, ਇਸ ਅੰਦੋਲਨ ਦੀ ਸ਼ੁਰੂਆਤ ਤੋਂ ਪਹਿਲਾਂ ਕੇਸਰੇ ਹਿੰਦ ਦੀ ਉਪਾਧੀ ਉਹਨਾਂ ਨੇ ਅੰਗਰੇਜ਼ਾਂ ਨੂੰ ਵਾਪਸ ਕੀਤੀ। ਠੀਕ ਹੈ ਜੀ, ਫਿਰ ਇਸ ਅੰਦੋਲਨ ਦਾ ਆਰੰਭ ਕੀਤਾ। ਠੀਕ ਹੈ, ਤਾਂ ਨੈਕਸਟ ਪ੍ਰਸ਼ਨ 'ਤੇ ਚੱਲਦੇ ਹਾਂ। ਜੋ ਨੈਕਸਟ ਪ੍ਰਸ਼ਨ ਹੈ ਜੀ, ਪੂਰਨ ਸਵਰਾਜ ਦੀ ਮੰਗ ਕਿਸ ਕਾਂਗਰਸ ਸੈਸ਼ਨ ਵਿੱਚ ਰੱਖੀ ਗਈ? ਠੀਕ ਹੈ, 1927, 1929, 1931 ਜਾਂ 1925? ਤੇ ਇਸ ਦਾ ਜੋ ਰਾਈਟ ਆਂਸਰ ਹੈ ਜੀ ਉਹ ਹੈ ਆਪਸ਼ਨ ਨੰਬਰ 2, 1929। ਠੀਕ ਹੈ, 1929 ਵਿੱਚ ਜੋ ਕਾਂਗਰਸ ਦਾ ਸੈਸ਼ਨ ਹੋਇਆ ਉਸ ਦੇ ਵਿੱਚ ਪੂਰਨ ਸਵਰਾਜ ਦੀ ਮੰਗ ਰੱਖੀ ਗਈ। ਠੀਕ ਹੈ, ਕਦੋਂ ਹੋਇਆ? 19 ਦਸੰਬਰ 1929। ਠੀਕ ਹੈ, ਕਈ ਵਾਰੀ ਐਗਜ਼ੈਕਟ ਡੇਟ ਆਉਂਦੀ ਹੈ ਤਾਂ 19 ਦਸੰਬਰ 1929 ਵਿੱਚ ਹੋਇਆ। ਠੀਕ ਹੈ ਜੀ, ਇਸ ਦੀ ਜੋ ਪ੍ਰਧਾਨਗੀ ਕੀਤੀ ਕਿਸ ਨੇ ਕੀਤੀ? ਜਵਾਹਰ ਲਾਲ ਨਹਿਰੂ, ਇਹਨਾਂ ਨੇ ਕੀਤੀ। ਠੀਕ ਹੈ, ਤੇ ਇਸੇ ਦਿਨ, ਠੀਕ ਹੈ ਜੀ, 26 ਜਨਵਰੀ 1930 ਵਿੱਚ, ਠੀਕ ਹੈ, 26 ਜਨਵਰੀ 1930 ਨੂੰ ਆਜ਼ਾਦੀ ਦਿਵਸ ਮਨਾਇਆ ਗਿਆ। ਠੀਕ ਹੈ ਜੀ। ਠੀਕ ਹੈ, ਤੇ ਭਾਰਤੀ ਝੰਡਾ ਜੋ ਤਿਰੰਗਾ ਝੰਡਾ ਲਹਿਰਾਇਆ ਗਿਆ। ਠੀਕ ਹੈ ਜੀ, 26 ਜਨਵਰੀ 1930 ਨੂੰ। ਠੀਕ ਹੈ, ਇਸੇ ਕਰਕੇ ਭਾਰਤ ਦਾ ਜੋ ਸੰਵਿਧਾਨ ਲਾਗੂ ਹੋਇਆ 26 ਜਨਵਰੀ 1930 ਨੂੰ ਲਾਗੂ ਕੀਤਾ ਗਿਆ। ਠੀਕ ਹੈ ਜੀ, ਇਹੀ ਉਸਦਾ ਰੀਜ਼ਨ ਸੀ। ਠੀਕ ਹੈ, ਤਾਂ ਨੈਕਸਟ ਪ੍ਰਸ਼ਨ 'ਤੇ ਚੱਲਦੇ ਹਾਂ। ਚੋਰੀ ਚੋਰਾ ਦੀ ਘਟਨਾ ਹੇਠ ਲਿਖਿਆਂ ਵਿੱਚੋਂ ਕਿਸ ਸਾਲ ਵਿੱਚ ਹੋਈ? 1920 ਵਿੱਚ ਹੋਈ, 1922, 1927 ਜਾਂ 1919? ਠੀਕ ਹੈ, ਤੇ ਇਸ ਦਾ ਜੋ ਰਾਈਟ ਆਂਸਰ ਹੈ ਜੀ ਉਹ ਹੈ ਆਪਸ਼ਨ ਨੰਬਰ 2, 1922। ਠੀਕ ਹੈ, ਚੋਰੀ ਚੋਰਾ ਦੀ ਘਟਨਾ ਕੀ ਘਟਨਾ ਸੀ ਕਿ ਇੱਕ ਥਾਣਾ ਸੀ, ਠੀਕ ਹੈ, ਪੁਲਿਸ ਸਟੇਸ਼ਨ ਸੀ, ਉਸ ਨੂੰ ਅੱਗ ਲਾ ਦਿੱਤੀ ਗਈ ਅਤੇ ਕਰੀਬ 22 ਜੋ ਪੁਲਿਸ ਅਫਸਰ ਸਨ ਉਹਨਾਂ ਦੀ ਜਲ ਕੇ ਮੌਤ ਹੋ ਗਈ। ਠੀਕ ਹੈ, ਇਹ ਜੋ ਚੋਰੀ ਚੋਰਾ ਦੀ ਘਟਨਾ ਹੋਈ, ਨਾ ਮਿਲਵਰਤਨ ਦਾ ਅੰਦੋਲਨ ਉਸ ਦਿਨ ਟਾਈਪ ਚੱਲ ਰਿਹਾ ਸੀ। ਠੀਕ ਹੈ ਜੀ, ਨਾ ਮਿਲਵਰਤਨ ਕਦੋਂ ਸ਼ੁਰੂ ਹੋਇਆ ਸੀ? ਉਹ 1920 ਵਿੱਚ ਸ਼ੁਰੂ ਹੋਇਆ ਸੀ। ਠੀਕ ਹੈ, ਅਤੇ 1922 ਵਿੱਚ ਉਸ ਅੰਦੋਲਨ ਨੂੰ ਬੰਦ ਕਰ ਦਿੱਤਾ ਗਿਆ। ਠੀਕ ਹੈ, ਬੰਦ ਕੀਤਾ ਗਿਆ ਇਸੇ ਘਟਨਾ ਦੇ ਕਾਰਨ। ਠੀਕ ਹੈ, ਇਹ ਘਟਨਾ ਹੋਈ ਇਸੇ ਕਰਕੇ ਮਹਾਤਮਾ ਗਾਂਧੀ ਉਹਨਾਂ ਨੇ ਇਹ ਅੰਦੋਲਨ ਚੱਲ ਰਿਹਾ ਸੀ ਇਸ ਨੂੰ ਬੰਦ ਕਰ ਦਿੱਤਾ। ਠੀਕ ਹੈ, ਅਤੇ ਅੰਦੋਲਨ ਨੂੰ ਵਾਪਸ ਲੈ ਲਿਆ। ਸਾਈਮਨ ਕਮਿਸ਼ਨ ਦੀ ਨਿਯੁਕਤੀ ਕਦੋਂ ਕੀਤੀ ਗਈ? 1927 ਵਿੱਚ ਕੀਤੀ ਗਈ, 1925, 1929 ਜਾਂ 1928? ਸਟੂਡੈਂਟਸ ਦੇਖੋ, ਇਸ ਸਾਈਮਨ ਕਮਿਸ਼ਨ ਦੀ ਜੋ ਨਿਯੁਕਤੀ ਹੋਈ, ਠੀਕ ਹੈ, ਉਹ 1927 ਵਿੱਚ ਹੋਈ। ਠੀਕ ਹੈ, ਅਤੇ ਪਰ ਇਹ ਭਾਰਤ ਕਦੋਂ ਆਇਆ? 3 ਫਰਵਰੀ 1928 ਨੂੰ ਇਹ ਕਮਿਸ਼ਨ ਭਾਰਤ ਆਇਆ। ਠੀਕ ਹੈ, ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ, ਇਹਨਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ। ਠੀਕ ਹੈ, ਇਸ ਤੋਂ ਬਾਅਦ ਸਾਈਮਨ ਕਮਿਸ਼ਨ ਦਾ ਵਿਰੋਧ ਹੋਇਆ ਭਾਰਤ ਦੇ ਵਿੱਚ। ਠੀਕ ਹੈ, ਅਤੇ ਲਾਲਾ ਲਾਜਪਤ ਰਾਏ ਉਹਨਾਂ ਦੀ ਮੌਤ ਹੋ ਗਈ, ਉਹ ਸ਼ਹੀਦ ਹੋਏ। ਠੀਕ ਹੈ, ਇਸੇ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਅਤੇ ਇਹਨਾਂ ਦੀ ਮੌਤ ਦਾ ਬਦਲਾ ਲਈ 1928 ਵਿੱਚ ਹੀ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਸਾਂਡਰਸ ਦੀ ਹੱਤਿਆ ਕੀਤੀ। ਠੀਕ ਹੈ ਜੀ, ਸਭ ਕੁਝ ਕਿੱਥੋਂ ਸ਼ੁਰੂ ਹੋਇਆ? ਸਾਈਮਨ ਕਮਿਸ਼ਨ, ਇਸ ਜੋ ਕਮਿਸ਼ਨ ਆਇਆ ਇੱਥੋਂ ਹੀ ਸ਼ੁਰੂ ਹੋਇਆ। ਠੀਕ ਹੈ,
ਬਟਲਰ ਕਮੇਟੀ ਕਿਸ ਉਦੇਸ਼ ਦੇ ਲਈ ਬਣਾਈ ਗਈ ਹੈ? ਠੀਕ ਹੈ, ਕਿਸ ਉਦੇਸ਼ ਦੇ ਲਈ ਇਹ ਕਮੇਟੀ ਬਣੀ? ਬਟਲਰ ਕਮੇਟੀ ਵਪਾਰ ਦੇ ਲਈ, ਪ੍ਰਸ਼ਾਸਨ ਸੁਧਾਰ ਦੇ ਲਈ, ਸਰਕਾਰ ਅਤੇ ਰਾਜਾਂ ਵਿਚਕਾਰ ਜੋ ਸੰਬੰਧ ਨੂੰ ਸੁਧਾਰਨ ਦੇ ਲਈ, ਸਾਈਮਨ ਕਮਿਸ਼ਨ ਵਿਰੋਧ ਰੋਕਣ ਦੇ ਲਈ। ਠੀਕ ਹੈ, ਇਹ ਕਮੇਟੀ ਕਿਉਂ ਬਣੀ? ਸਰਕਾਰ ਅਤੇ ਰਾਜਾਂ ਦੇ ਵਿਚਕਾਰ ਸੰਬੰਧਾਂ ਨੂੰ ਸੁਧਾਰਨ ਦੇ ਲਈ ਇਹ ਕਮੇਟੀ ਬਣਾਈ ਗਈ। ਕਦੋਂ ਬਣਾਈ ਗਈ? 1927 ਵਿੱਚ ਬਣੀ। ਠੀਕ ਹੈ ਜੀ, ਆਪਾਂ ਯਾਦ ਰੱਖਣਾ 1927 ਵਿੱਚ ਬਟਲਰ ਕਮੇਟੀ ਬਣੀ। ਕਿਸ ਕਰਕੇ ਬਣੀ? ਸਰਕਾਰ ਅਤੇ ਰਾਜਾਂ ਦੇ ਵਿਚਕਾਰ ਜੋ ਸੰਬੰਧ ਸਨ ਉਹਨਾਂ ਨੂੰ ਸੁਧਾਰਨ ਦੇ ਲਈ ਬਣੀ। ਪਹਿਲਾ ਗੋਲਮੇਜ਼ ਸੰਮੇਲਨ ਕਿਸ ਸਾਲ ਵਿੱਚ ਆਯੋਜਿਤ ਕੀਤਾ ਗਿਆ? 1931 ਵਿੱਚ, 1929 ਵਿੱਚ, 1930 ਵਿੱਚ ਜਾਂ 1932 ਵਿੱਚ? ਕਦੋਂ ਆਯੋਜਿਤ ਕੀਤਾ ਗਿਆ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 2। ਠੀਕ ਹੈ, ਇਸ ਦਾ ਰਾਈਟ ਆਨਸਰ ਹੈ ਸਟੂਡੈਂਟਸ ਆਪਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਹੈ ਜੀ 1930 ਵਿੱਚ। ਠੀਕ ਹੈ, ਪਹਿਲਾ ਗੋਲਮੇਜ਼ ਸੰਮੇਲਨ ਕਦੋਂ ਆਯੋਜਿਤ ਕੀਤਾ ਗਿਆ? 1930 ਵਿੱਚ। ਠੀਕ ਹੈ, ਦੂਸਰਾ 1931 ਵਿੱਚ, ਤੀਸਰਾ 1932 ਵਿੱਚ। ਠੀਕ ਹੈ, 3 ਗੋਲਮੇਜ਼ ਸੰਮੇਲਨ ਹੋਏ 1930, 1931 ਅਤੇ 1932। ਠੀਕ ਹੈ ਜੀ, ਜੋ BR ਅੰਬੇਦਕਰ ਸਨ ਉਹਨਾਂ ਨੇ ਤਿੰਨਾਂ ਗੋਲਮੇਜ਼ ਸੰਮੇਲਨਾਂ ਵਿੱਚ ਹਿੱਸਾ ਲਿਆ। ਠੀਕ ਹੈ, ਪਰ ਜੋ ਮਹਾਤਮਾ ਗਾਂਧੀ ਸਨ ਉਹਨਾਂ ਨੇ ਸਿਰਫ ਦੂਸਰਾ ਜੋ ਸੰਮੇਲਨ ਹੋਇਆ, ਠੀਕ ਹੈ ਜੀ, ਦੂਸਰਾ ਗੋਲਮੇਜ਼ ਸੰਮੇਲਨ ਸਿਰਫ ਉਸ ਦੇ ਵਿੱਚ ਹੀ ਹਿੱਸਾ ਲਿਆ। ਠੀਕ ਹੈ, ਜੋ 1931 ਵਿੱਚ ਹੋਇਆ। ਗਾਂਧੀ ਇਰਵਿਨ ਸਮਝੌਤਾ ਕਿਸ ਸਮੇਂ ਵਿੱਚ ਕੀਤਾ ਗਿਆ? 1930 ਵਿੱਚ, 1931 ਵਿੱਚ, 1932 ਜਾਂ 1935? ਠੀਕ ਹੈ, ਗਾਂਧੀ ਇਰਵਿਨ ਸਮਝੌਤਾ ਕਿਸ ਸਾਲ ਵਿੱਚ ਕੀਤਾ ਗਿਆ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 2 1931। ਠੀਕ ਹੈ, ਕਦੋਂ ਕੀਤਾ ਗਿਆ? 1931 ਵਿੱਚ ਕੀਤਾ ਗਿਆ। 6 ਅਪ੍ਰੈਲ 1930 ਵਿੱਚ। ਠੀਕ ਹੈ, ਇਹਨਾਂ ਨੇ ਨਮਕ ਦਾ ਕਾਨੂੰਨ ਤੋੜਿਆ। ਠੀਕ ਹੈ ਜੀ, ਨਮਕ ਦਾ ਕਾਨੂੰਨ ਤੋੜਿਆ। ਨਾਲ ਕੌਣ ਸਨ? ਸਰੋਜਨੀ ਨਾਇਡੂ। ਠੀਕ ਹੈ, ਇਸ ਅਗਵਾਈ ਦੇ ਵਿੱਚ ਸਰੋਜਨੀ ਨਾਇਡੂ ਇਹਨਾਂ ਦੇ ਨਾਲ ਸਨ। ਠੀਕ ਹੈ, ਅਤੇ ਜੋ ਇਹ ਸ਼ੁਰੂ ਕਦੋਂ ਹੋਇਆ? ਠੀਕ ਹੈ, ਗਾਂਧੀ ਇਰਵਿਨ ਸਮਝੌਤਾ ਕਿੱਥੋਂ ਸ਼ੁਰੂ ਹੋਇਆ? ਠੀਕ ਹੈ ਜੀ, ਇਹ ਸਮਝੌਤਾ ਕਿੱਥੋਂ ਸ਼ੁਰੂ ਹੋਇਆ? ਜਦੋਂ ਇਹਨਾਂ ਨੇ ਦਾਂਡੀ ਮਾਰਚ ਸ਼ੁਰੂ ਕੀਤਾ। ਠੀਕ ਹੈ, ਨਮਕ ਦਾ ਕਾਨੂੰਨ ਤੋੜਿਆ। ਉਹ ਜੋ ਮਾਰਚ ਸ਼ੁਰੂ ਹੋਇਆ 12 ਮਾਰਚ 1930 ਵਿੱਚ। ਠੀਕ ਹੈ ਜੀ, ਦਾਂਡੀ ਮਾਰਚ ਸ਼ੁਰੂ ਹੋਇਆ। ਠੀਕ ਹੈ, 6 ਅਪ੍ਰੈਲ 1930 ਵਿੱਚ ਇਹਨਾਂ ਨੇ ਜੋ ਨਮਕ ਦਾ ਕਾਨੂੰਨ ਤੋੜਿਆ। ਠੀਕ ਹੈ, ਅਤੇ ਇਸ ਤੋਂ ਬਾਅਦ ਗਾਂਧੀ ਇਰਵਿਨ ਸਮਝੌਤਾ ਹੋਇਆ। ਠੀਕ ਹੈ, ਅਤੇ ਗੋਲਮੇਜ਼ ਸੰਮੇਲਨ ਕਦੋਂ ਹੋਇਆ? ਉਹ ਵੀ 1931 ਵਿੱਚ ਹੋਇਆ, ਅਤੇ ਦੂਸਰੇ ਗੋਲਮੇਜ਼ ਸੰਮੇਲਨ ਵਿੱਚ ਹੀ ਮਹਾਤਮਾ ਗਾਂਧੀ ਇਹਨਾਂ ਨੇ ਹਿੱਸਾ ਲਿਆ। ਠੀਕ ਹੈ, ਸਾਰੀਆਂ ਚੀਜ਼ਾਂ ਇਸ ਤਰ੍ਹਾਂ ਸਟੂਡੈਂਟ ਰਿਲੇਟ ਹੋਣਗੀਆਂ। ਠੀਕ ਹੈ, ਅਤੇ ਆਪਾਂ ਨੂੰ ਯਾਦ ਰੱਖਣ ਵਿੱਚ ਆਸਾਨੀ ਹੋਏਗੀ। ਤਾਂ ਨੈਕਸਟ ਪ੍ਰਸ਼ਨ ਹੈ ਜੀ, ਖੇੜਾ ਸੱਤਿਆਗ੍ਰਹਿ ਹੇਠ ਲਿਖਿਆਂ ਵਿੱਚੋਂ ਕਿਸ ਸਾਲ ਵਿੱਚ ਹੋਇਆ? 1917 ਵਿੱਚ, 1918 ਵਿੱਚ, 1915 ਵਿੱਚ ਜਾਂ 1920 ਵਿੱਚ? ਠੀਕ ਹੈ, ਜੋ ਖੇੜਾ ਸੱਤਿਆਗ੍ਰਹਿ ਹੋਇਆ ਕਦੋਂ ਹੋਇਆ ਜੀ? ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ 2 1918। ਠੀਕ ਹੈ, ਕਦੋਂ ਹੋਇਆ? 1918 ਵਿੱਚ ਹੋਇਆ। ਮਹਾਤਮਾ ਗਾਂਧੀ ਭਾਰਤ ਕਦੋਂ ਆਏ? 1915 ਵਿੱਚ ਆਏ। ਠੀਕ ਹੈ, ਅਤੇ 1916 ਵਿੱਚ ਇਹਨਾਂ ਨੇ ਸਾਬਰਮਤੀ ਆਸ਼ਰਮ ਬਣਾਇਆ। ਕਿੱਥੇ ਬਣਾਇਆ? ਗੁਜਰਾਤ, ਅਹਿਮਦਾਬਾਦ ਵਿੱਚ। 1917 ਵਿੱਚ ਪਹਿਲਾ ਸੱਤਿਆਗ੍ਰਹਿ ਕੀਤਾ ਚੰਪਾਰਨ ਸੱਤਿਆਗ੍ਰਹਿ। ਠੀਕ ਹੈ, 1918 ਵਿੱਚ ਦੂਸਰਾ ਕੀਤਾ ਖੇੜਾ ਸੱਤਿਆਗ੍ਰਹਿ। ਠੀਕ ਹੈ ਜੀ, ਦੋਨੇ ਸੱਤਿਆਗ੍ਰਹਿ ਆਪਾਂ ਯਾਦ ਰੱਖਣੇ ਨੇ। ਤਾਂ ਆਪਾਂ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਵੀਰ ਭਗਤ ਸਿੰਘ ਦੇ ਪਿਤਾ ਦਾ ਕੀ ਨਾਮ ਸੀ? ਸਰਦਾਰ ਪ੍ਰਤਾਪ ਸਿੰਘ, ਸਰਦਾਰ ਅਜੀਤ ਸਿੰਘ, ਸਰਦਾਰ ਕਿਸ਼ਨ ਸਿੰਘ ਜਾਂ ਉਪਰੋਕਤ ਕੋਈ ਨਹੀਂ? ਸਟੂਡੈਂਟਸ ਆਪਾਂ ਸਭ ਨੂੰ ਪਤਾ ਹੋਏਗਾ ਪ੍ਰਸ਼ਨ। ਠੀਕ ਹੈ ਜੀ, ਕਿ ਉਹਨਾਂ ਦੇ ਪਿਤਾ ਦਾ ਕੀ ਨਾਮ ਸੀ? ਇਸ ਦਾ ਰਾਈਟ ਆਨਸਰ ਹੈ ਜੀ ਸਰਦਾਰ ਕਿਸ਼ਨ ਸਿੰਘ। ਠੀਕ ਹੈ, ਸਰ ਵੀਰ ਭਗਤ ਸਿੰਘ, ਸਰਦਾਰ ਭਗਤ ਸਿੰਘ, ਉਹਨਾਂ ਦੇ ਪਿਤਾ ਦਾ ਨਾਮ ਸੀ ਸਰਦਾਰ ਕਿਸ਼ਨ ਸਿੰਘ। ਠੀਕ ਹੈ ਜੀ, ਅਤੇ ਉਹਨਾਂ ਦੀ ਮਾਤਾ ਦਾ ਨਾਮ ਸੀ ਵਿਦਿਆਵਤੀ ਕੌਰ। ਠੀਕ ਹੈ, ਉਹਨਾਂ ਦਾ ਜਨਮ ਕਦੋਂ ਹੋਇਆ? 28 ਸਤੰਬਰ 1907 ਵਿੱਚ। ਅਤੇ ਸ਼ਹੀਦੀ ਕਦੋਂ ਹੋਈ? 23 ਮਾਰਚ 1931। ਠੀਕ ਹੈ, ਇਹ ਸਾਰੀਆਂ ਚੀਜ਼ਾਂ ਆਪਾਂ ਯਾਦ ਰੱਖਣੀਆਂ ਨੇ। ਪੰਜਾਬ ਦੇ ਜੋ ਇੰਪੋਰਟੈਂਟ ਪੇਪਰ ਹੁੰਦੇ ਨੇ, ਠੀਕ ਹੈ ਜੀ, ਉਹਨਾਂ ਵਿੱਚ ਆਪਾਂ ਨੂੰ ਇਹ ਪ੍ਰਸ਼ਨ ਦੇਖਣ ਨੂੰ ਮਿਲਦੇ ਨੇ। ਸਰਦਾਰ ਭਗਤ ਸਿੰਘ ਦੇ ਨਾਮ 'ਤੇ ਡਾਕ ਟਿਕਟ ਕਿਸ ਸਮੇਂ ਜਾਰੀ ਕੀਤਾ ਗਿਆ? ਠੀਕ ਹੈ, ਸਰਦਾਰ ਭਗਤ ਸਿੰਘ ਉਹਨਾਂ ਦੇ ਜੋ ਨਾਮ 'ਤੇ ਜੋ ਟਿਕਟ ਜਾਰੀ ਹੋਇਆ ਜੋ ਡਾਕ ਟਿਕਟ ਹੁੰਦਾ ਹੈ, ਠੀਕ ਹੈ ਜੀ, ਕਦੋਂ ਜਾਰੀ ਹੋਇਆ?
ਇਸ ਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ 3 1968 ਵਿੱਚ। ਠੀਕ ਹੈ। ਸਰਦਾਰ ਭਗਤ ਸਿੰਘ ਇਹ ਆਪਣਾ ਜੋ ਗੁਰੂ ਮੰਨਦੇ ਸਨ, ਕਿਸ ਨੂੰ ਮੰਨਦੇ ਸਰ? ਕਰਤਾਰ ਸਿੰਘ ਸਰਾਭਾ। ਠੀਕ ਹੈ, ਇਹਨਾਂ ਨੂੰ ਇਹ ਆਪਣਾ ਗੁਰੂ ਮੰਨਦੇ ਸਨ। ਠੀਕ ਹੈ ਜੀ। ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ? ਠੀਕ ਹੈ, ਕਦੋਂ ਹੋਈ? 1926, 1924, 1918 ਜਾਂ 1919? ਇਸ ਦਾ ਜੋ ਰਾਈਟ ਆਂਸਰ ਹੈ ਜੀ ਉਹ ਹੈ ਆਪਸ਼ਨ ਨੰਬਰ 1 1926 ਵਿੱਚ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਹੋਈ। ਕਿਸ ਨੇ ਕੀਤੀ? ਸਰਦਾਰ ਭਗਤ ਸਿੰਘ ਦੁਆਰਾ ਇਸ ਸਭਾ ਦੀ ਸਥਾਪਨਾ ਕੀਤੀ ਗਈ। ਠੀਕ ਹੈ ਜੀ। ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੁਆਰਾ ਜੇਲ੍ਹ ਵਿੱਚ ਕੀਤੀ ਗਈ ਭੁੱਖ ਹੜਤਾਲ ਕਿੰਨੇ ਦਿਨਾਂ ਤੱਕ ਚੱਲੀ? 112 ਦਿਨ, 116 ਦਿਨ, 120 ਦਿਨ ਜਾਂ 100 ਦਿਨ? ਠੀਕ ਹੈ, ਅਤੇ ਇਸ ਦਾ ਜੋ ਰਾਈਟ ਆਂਸਰ ਹੈ ਉਹ ਹੈ ਜੀ ਆਪਸ਼ਨ ਨੰਬਰ 2 116 ਦਿਨਾਂ ਤੱਕ ਇਹ ਉਹਨਾਂ ਦੀ ਜੋ ਹੜਤਾਲ ਚੱਲੀ। ਠੀਕ ਹੈ ਜੀ। ਕਿਸ ਕਰਕੇ ਹੋਈ? ਕਿਉਂਕਿ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਮੰਨਦੇ ਸਨ ਕਿ ਅਸੀਂ ਕੋਈ ਆਮ ਕੈਦੀ ਨਹੀਂ, ਅਸੀਂ ਜੰਗੀ ਕੈਦੀ ਹਾਂ। ਠੀਕ ਹੈ ਜੀ, ਅਸੀਂ ਜੰਗੀ ਕੈਦੀ ਹਾਂ ਅਤੇ ਸਾਨੂੰ ਪੜ੍ਹਨ ਦੇ ਲਈ ਪੁਸਤਕਾਂ ਮਿਲਣੀਆਂ ਚਾਹੀਦੀਆਂ ਹਨ, ਅਖਬਾਰ ਮਿਲਣਾ ਚਾਹੀਦਾ ਹੈ, ਲਿਖਣ ਦੇ ਲਈ ਕਲਮ ਅਤੇ ਠੀਕ ਹੈ ਜੋ ਪੇਜ ਮਿਲਣੇ ਚਾਹੀਦੇ ਹਨ। ਠੀਕ ਹੈ, ਇਸ ਦੇ ਲਈ ਇਹਨਾਂ ਨੇ ਹੜਤਾਲ ਕੀਤੀ ਅਤੇ ਦੁਨੀਆ ਦੇ ਇਤਿਹਾਸ ਦੇ ਵਿੱਚ ਠੀਕ ਹੈ ਸਟੂਡੈਂਟਸ ਕਿਤੇ ਵੀ ਇਸ ਤੋਂ ਜ਼ਿਆਦਾ ਲੰਮੀ ਹੜਤਾਲ ਨਹੀਂ ਹੋਈ। ਠੀਕ ਹੈ ਜੀ, ਜੋ ਇੰਨੀ ਲੰਮੀ ਹੜਤਾਲ ਚੱਲੀ 116 ਦਿਨ। ਠੀਕ ਹੈ, ਇਹ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਲੰਮੀ ਚੱਲਣ ਵਾਲੀ ਭੁੱਖ ਹੜਤਾਲ ਸੀ। ਠੀਕ ਹੈ ਜੀ। ਦਿੱਲੀ ਵਿਧਾਨ ਸਭਾ ਵਿੱਚ ਬੰਬ ਕਾਂਡ ਦੌਰਾਨ ਭਗਤ ਸਿੰਘ ਦਾ ਸਾਥੀ ਕਿਸ ਸਾਥ ਠੀਕ ਹੈ ਜੀ ਕਿਸ ਕ੍ਰਾਂਤੀਕਾਰੀ ਨੇ ਦਿੱਤਾ? ਰਾਜਗੁਰੂ, ਸੁਖਦੇਵ, ਬਟੁਕੇਸ਼ਵਰ ਦੱਤ ਜਾਂ ਰਾਮ ਪ੍ਰਸਾਦ ਬਿਸਮਿਲ? ਅਤੇ ਇਸ ਦਾ ਜੋ ਰਾਈਟ ਆਂਸਰ ਹੈ ਜੀ ਉਹ ਹੈ ਆਪਸ਼ਨ ਨੰਬਰ 3 ਬਟੁਕੇਸ਼ਵਰ ਦੱਤ। ਠੀਕ ਹੈ, ਜਦੋਂ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਬੰਬ ਸੁੱਟੇ। ਠੀਕ ਹੈ, ਜੋ ਕਿ ਇੱਕ ਸਿਰਫ ਧੂੰਏਂ ਵਾਲੇ ਬੰਬ ਸਨ। ਠੀਕ ਹੈ ਜੀ, ਜੋ ਕਿ ਸਿਰਫ ਇਹਨਾਂ ਨੇ ਆਪਣੀ ਆਵਾਜ਼ ਜੋ ਲੋਕਾਂ ਤੱਕ ਅਤੇ ਸਰਕਾਰ ਤੱਕ ਪਹੁੰਚਾਉਣ ਦੇ ਲਈ ਠੀਕ ਹੈ ਉਹਨਾਂ ਦੀ ਵਰਤੋਂ ਕੀਤੀ ਅਤੇ ਉਸ ਦੇ ਵਿੱਚ ਇਹਨਾਂ ਦਾ ਸਾਥ ਦਿੱਤਾ ਬਟੁਕੇਸ਼ਵਰ ਦੱਤ ਨੇ। ਇਹ ਬੰਬ ਕਦੋਂ ਸੁੱਟੇ ਗਏ? 8 ਅਪ੍ਰੈਲ 1929 ਵਿੱਚ। ਠੀਕ ਹੈ ਜੀ, 8 ਅਪ੍ਰੈਲ 1929 ਦੇ ਵਿੱਚ। ਠੀਕ ਹੈ, ਅਤੇ ਜੋ ਰਾਮ ਪ੍ਰਸਾਦ ਬਿਸਮਿਲ ਸਨ। ਠੀਕ ਹੈ, ਆਪਾਂ ਸੁਣਿਆ ਹੋਏਗਾ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ। ਠੀਕ ਹੈ ਜੀ, ਇਹਨਾਂ ਨੇ ਲਿਖਿਆ ਰਾਮ ਪ੍ਰਸਾਦ ਬਿਸਮਿਲ, ਇਹਨਾਂ ਦੁਆਰਾ ਉਹ ਲਿਖਿਆ ਗਿਆ। ਠੀਕ ਹੈ, ਇਹ ਸਾਰੇ ਪ੍ਰਸ਼ਨ ਆਈ ਹੋਪ ਤੁਹਾਨੂੰ ਸਾਰੇ ਪ੍ਰਸ਼ਨ ਦੀ ਸਮਝ ਲੱਗੀ ਹੋਏਗੀ। ਠੀਕ ਹੈ ਜੀ, ਤਾਂ ਆਪਾਂ ਇਹਨਾਂ ਦੀ ਇੱਕ ਵਾਰ ਕੁਇਕ ਰਿਵੀਜ਼ਨ ਲੈ ਲੈਂਦੇ ਹਾਂ। ਠੀਕ ਹੈ, ਤਾਂ ਕਿ ਤੁਹਾਨੂੰ ਸਾਰੇ ਪ੍ਰਸ਼ਨ ਆਸਾਨੀ ਦੇ ਨਾਲ ਯਾਦ ਹੋ ਜਾਣ। ਠੀਕ ਹੈ ਜੀ, ਅਤੇ ਬਾਕੀ ਇਸ ਦੀ PDF ਤੁਹਾਨੂੰ ਸਾਡੇ ਜੋ WhatsApp ਦਾ ਠੀਕ ਹੈ ਸਾਡਾ ਚੈਨਲ ਹੈ ਅਤੇ ਟੈਲੀਗ੍ਰਾਮ ਉਸ ਦੇ ਉੱਪਰ ਮਿਲ ਜਾਏਗੀ। ਸਾਡਾ ਪਹਿਲਾ ਪ੍ਰਸ਼ਨ ਹੈ ਜੀ ਬੰਗਾਲ ਦੀ ਵੰਡ ਦੇ ਵਿਰੋਧ ਵਿੱਚ ਕੀਤੇ ਗਏ ਅੰਦੋਲਨ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਇਸ ਦਾ ਰਾਈਟ ਆਂਸਰ ਹੈ ਜੀ ਆਪਸ਼ਨ ਨੰਬਰ 1 ਸਵਦੇਸ਼ੀ ਅੰਦੋਲਨ। ਠੀਕ ਹੈ, ਨਾਲ ਰਿਵਾਈਜ਼ ਕਰਦੇ ਜਾਓ। ਨੈਸ਼ਨਲ ਕਾਂਗਰਸ ਦਾ ਸੂਰਤ ਸੈਸ਼ਨ ਕਿਸ ਸਮੇਂ ਵਿੱਚ ਹੋਇਆ? ਠੀਕ ਹੈ ਜੀ, ਕਦੋਂ ਹੋਇਆ? ਆਪਸ਼ਨ ਨੰਬਰ 2 1907 ਵਿੱਚ ਹੋਇਆ। ਹੋਮ ਰੂਲ ਅੰਦੋਲਨ ਠੀਕ ਹੈ ਜੀ, ਇਹ ਅੰਦੋਲਨ ਕਿਸ ਸਾਲ ਵਿੱਚ ਸ਼ੁਰੂ ਹੋਇਆ? ਕਦੋਂ ਸ਼ੁਰੂ ਹੋਇਆ? 1916 ਵਿੱਚ। ਆਪਸ਼ਨ ਨੰਬਰ 4। ਦਿੱਲੀ ਤੋਂ ਪਹਿਲਾਂ ਭਾਰਤ ਦੀ ਰਾਜਧਾਨੀ ਕਿਹੜੀ ਸੀ? ਠੀਕ ਹੈ, ਕਿਹੜੀ ਸੀ? ਇਹ ਸੀ ਕਲਕੱਤਾ। ਠੀਕ ਹੈ, ਅਤੇ ਦਿੱਲੀ ਕਦੋਂ ਬਣੀ? 1911 ਵਿੱਚ ਇਸ ਦੀ ਅਨਾਊਂਸਮੈਂਟ ਹੋਈ। ਮਹਾਤਮਾ ਗਾਂਧੀ ਨਾਲ ਦਾਂਡੀ ਮਾਰਚ ਦੀ ਅਗਵਾਈ ਹੇਠ ਲਿਖਿਆਂ ਵਿੱਚੋਂ ਕਿਸ ਨੇ ਕੀਤੀ? ਠੀਕ ਹੈ, ਜਿਸ ਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ 1 ਸਰੋਜਨੀ ਨਾਇਡੂ। ਚੰਪਾਰਣ ਸੱਤਿਆਗ੍ਰਹਿ ਹੇਠ ਲਿਖਿਆਂ ਵਿੱਚੋਂ ਕਿਸ ਸਾਲ ਵਿੱਚ ਸ਼ੁਰੂ ਕੀਤਾ ਗਿਆ? ਠੀਕ ਹੈ ਜੀ, ਕਦੋਂ ਸ਼ੁਰੂ ਹੋਇਆ? ਆਪਸ਼ਨ ਨੰਬਰ 4 1917 ਵਿੱਚ ਸ਼ੁਰੂ ਹੋਇਆ। ਮੋਤੀ ਲਾਲ ਨਹਿਰੂ ਅਤੇ ਚਿਤਰੰਜਨ ਦਾਸ ਦੁਆਰਾ ਮਿਲ ਕੇ ਕਿਸ ਪਾਰਟੀ ਦੀ ਸਥਾਪਨਾ ਕੀਤੀ ਗਈ? ਇਸ ਦਾ ਰਾਈਟ ਆਂਸਰ ਹੈ ਜੀ ਆਪਸ਼ਨ ਨੰਬਰ 3 ਸਵਰਾਜ ਪਾਰਟੀ, ਇਸ ਦੀ ਸਥਾਪਨਾ ਕੀਤੀ ਗਈ। ਰੌਲਟ ਐਕਟ ਹੇਠ ਲਿਖਿਆਂ ਵਿੱਚੋਂ ਕਦੋਂ ਪਾਸ ਕੀਤਾ ਗਿਆ? ਠੀਕ ਹੈ, ਕਦੋਂ ਪਾਸ ਕੀਤਾ ਗਿਆ ਰੌਲਟ ਐਕਟ? ਇਸ ਦਾ ਰਾਈਟ ਆਂਸਰ ਹੈ ਜੀ ਆਪਸ਼ਨ ਨੰਬਰ 2 1919। ਜਲਿਆਂਵਾਲਾ ਬਾਗ ਦੀ ਘਟਨਾ ਤੋਂ ਬਾਅਦ ਕਿਸ ਕਮਿਸ਼ਨ ਦੀ ਨਿਯੁਕਤੀ ਕੀਤੀ ਗਈ? ਇਸ ਦਾ ਰਾਈਟ ਆਂਸਰ ਹੈ ਸਟੂਡੈਂਟਸ ਆਪਸ਼ਨ ਨੰਬਰ 1 ਹੰਟਰ ਕਮਿਸ਼ਨ। ਠੀਕ ਹੈ ਜੀ। ਜੈ ਹਿੰਦ ਦਾ ਨਾਅਰਾ ਕਿਸ ਭਾਰਤੀ ਕ੍ਰਾਂਤੀਕਾਰੀ ਦੁਆਰਾ ਦਿੱਤਾ ਗਿਆ? ਕਿਸ ਨੇ ਦਿੱਤਾ ਜੀ ਇਹ ਨਾਅਰਾ? ਆਪਸ਼ਨ ਨੰਬਰ 4 ਸੁਭਾਸ਼ ਚੰਦਰ ਬੋਸ। ਦੇਸ਼ ਬੰਧੂ ਦੀ ਉਪਾਧੀ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਦਿੱਤੀ ਗਈ? ਠੀਕ ਹੈ ਜੀ, ਇਸ ਦਾ ਰਾਈਟ ਆਂਸਰ ਹੈ ਚਿਤਰੰਜਨ ਦਾਸ, ਆਪਸ਼ਨ ਨੰਬਰ 4।
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਕਿਸ ਕਾਰਨ ਦਿੱਤੀ ਗਈ? ਇਸ ਦਾ ਰਾਈਟ ਆਨਸਰ ਹੈ ਜੀ 1928 ਵਿੱਚ ਸਾਂਡਰਸ ਦੀ ਹੱਤਿਆ ਦੇ ਕਾਰਨ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ। ਨਾਮ ਮਿਲਵਰਤਨ ਅੰਦੋਲਨ ਕਦੋਂ ਚਲਾਇਆ ਗਿਆ? ਠੀਕ ਹੈ ਜੀ, ਇਹ ਅੰਦੋਲਨ ਕਦੋਂ ਸ਼ੁਰੂ ਹੋਇਆ? ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ 3 1920। ਠੀਕ ਹੈ, 1920 ਵਿੱਚ ਇਹ ਅੰਦੋਲਨ ਸ਼ੁਰੂ ਹੋਇਆ। ਪੂਰਨ ਸਵਰਾਜ ਦੀ ਮੰਗ ਕਿਸ ਕਾਂਗਰਸ ਸੈਸ਼ਨ ਵਿੱਚ ਰੱਖੀ ਗਈ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 2 1929। 1929 ਵਿੱਚ ਲਾਹੌਰ ਸੈਸ਼ਨ ਦੇ ਵਿੱਚ ਪੂਰਨ ਸਵਰਾਜ ਦੀ ਮੰਗ ਰੱਖੀ ਗਈ। ਚੋਰੀ ਚੋਰਾ ਦੀ ਘਟਨਾ ਹੇਠ ਲਿਖਿਆਂ ਵਿੱਚੋਂ ਕਿਸ ਸਾਲ ਵਿੱਚ ਹੋਈ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 2 1922 ਵਿੱਚ। ਇਹ ਘਟਨਾ ਹੋਈ 1922 ਵਿੱਚ। ਸਾਈਮਨ ਕਮਿਸ਼ਨ ਦੀ ਨਿਯੁਕਤੀ ਕਦੋਂ ਕੀਤੀ ਗਈ? ਸਾਈਮਨ ਕਮਿਸ਼ਨ ਦੀ ਨਿਯੁਕਤੀ ਕੀਤੀ ਗਈ 1927 ਵਿੱਚ ਅਤੇ ਭਾਰਤ ਕਦੋਂ ਆਇਆ? 1928 ਵਿੱਚ। ਇਸ ਦਾ ਰਾਈਟ ਆਨਸਰ ਹੈ 1927। ਠੀਕ ਹੈ ਜੀ। ਬਟਲਰ ਕਮੇਟੀ ਕਿਸ ਉਦੇਸ਼ ਦੇ ਲਈ ਬਣਾਈ ਗਈ? ਸਰਕਾਰ ਅਤੇ ਰਾਜਾਂ ਵਿਚਕਾਰ ਸਬੰਧਾਂ ਨੂੰ ਸੁਧਾਰ ਦੇ ਲਈ। ਠੀਕ ਹੈ ਜੀ, ਇਹ ਕਮੇਟੀ ਬਣਾਈ ਗਈ ਆਪਸ਼ਨ ਨੰਬਰ 3। ਪਹਿਲਾ ਗੋਲਮੇਜ ਸੰਮੇਲਨ ਕਿਸ ਸਾਲ ਵਿੱਚ ਆਯੋਜਿਤ ਕੀਤਾ ਗਿਆ? ਠੀਕ ਹੈ, ਇਸ ਦਾ ਜੋ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 1930। 1930 ਵਿੱਚ ਇਹ ਜੋ ਸੰਮੇਲਨ ਸੀ ਆਯੋਜਿਤ ਕੀਤਾ ਗਿਆ। ਗਾਂਧੀ ਇਰਵਿਨ ਸਮਝੌਤਾ ਕਿਸ ਸਮੇਂ ਵਿੱਚ ਕੀਤਾ ਗਿਆ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 2 1931। 1931 ਵਿੱਚ ਇਹ ਸਮਝੌਤਾ ਕੀਤਾ ਗਿਆ। ਖੇੜਾ ਸੱਤਿਆਗ੍ਰਹਿ ਹੇਠ ਲਿਖਿਆਂ ਵਿੱਚੋਂ ਕਿਸ ਸਾਲ ਵਿੱਚ ਸ਼ੁਰੂ ਹੋਇਆ? ਠੀਕ ਹੈ ਜੀ, ਖੇੜਾ ਸੱਤਿਆਗ੍ਰਹਿ ਕਦੋਂ ਸ਼ੁਰੂ ਹੋਇਆ? 1918 ਆਪਸ਼ਨ ਨੰਬਰ 2। ਵੀਰ ਭਗਤ ਸਿੰਘ ਦੇ ਪਿਤਾ ਦਾ ਕੀ ਨਾਮ ਸੀ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਸਰਦਾਰ ਕਿਸ਼ਨ ਸਿੰਘ। ਠੀਕ ਹੈ, ਸਰਦਾਰ ਕਿਸ਼ਨ ਸਿੰਘ ਉਹਨਾਂ ਦੇ ਪਿਤਾ ਦਾ ਨਾਮ ਸੀ। ਸਰਦਾਰ ਭਗਤ ਸਿੰਘ ਦੇ ਨਾਮ ਤੇ ਡਾਕ ਟਿਕਟ ਕਿਸ ਸਮੇਂ ਜਾਰੀ ਕੀਤਾ ਗਿਆ? ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਆਪਸ਼ਨ ਨੰਬਰ 3 1968। ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ? ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ? ਆਪਸ਼ਨ ਨੰਬਰ 1 1926 ਵਿੱਚ। ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੁਆਰਾ ਜੇਲ੍ਹ ਵਿੱਚ ਕੀਤੀ ਗਈ ਭੁੱਖ ਹੜਤਾਲ ਕਰੀਬ ਕਿੰਨੇ ਦਿਨਾਂ ਤੱਕ ਚੱਲੀ? ਠੀਕ ਹੈ ਜੀ, ਕਿੰਨੇ ਦਿਨਾਂ ਤੱਕ ਚੱਲੀ? ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ 2 116 ਦਿਨਾਂ ਤੱਕ। ਠੀਕ ਹੈ ਜੀ, 116 ਦਿਨਾਂ ਤੱਕ ਇਹ ਹੜਤਾਲ ਚੱਲੀ। ਦਿੱਲੀ ਵਿਧਾਨ ਸਭਾ ਵਿੱਚ ਬੰਬ ਕਾਂਡ ਦੌਰਾਨ ਭਗਤ ਸਿੰਘ ਦਾ ਸਾਥ ਕਿਸ ਕ੍ਰਾਂਤੀਕਾਰੀ ਨੇ ਦਿੱਤਾ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਬਟੁਕੇਸ਼ਵਰ ਦੱਤ। ਠੀਕ ਹੈ, ਕਿਸ ਨੇ ਸਾਥ ਦਿੱਤਾ? ਬਟੁਕੇਸ਼ਵਰ ਦੱਤ ਨੇ। ਠੀਕ ਹੈ, ਆਈ ਹੋਪ ਤੁਹਾਨੂੰ ਸਾਰੇ ਪ੍ਰਸ਼ਨਾਂ ਦੀ ਸਮਝ ਲੱਗੀ ਹੋਏਗੀ। ਠੀਕ ਹੈ ਜੀ, ਤਾਂ ਆਪਾਂ ਹੁਣ ਸਟੂਡੈਂਟਸ ਨੈਕਸਟ ਕਲਾਸ ਦੇ ਵਿੱਚ ਮਿਲਾਂਗੇ। ਠੀਕ ਹੈ, ਤੁਸੀਂ 10 ਵਜੇ ਰੋਜ਼ ਕਲਾਸ ਹੁੰਦੀ ਹੈ। ਠੀਕ ਹੈ, ਤੁਸੀਂ ਕਲਾਸ ਅਟੈਂਡ ਕਰਨੀ ਹੈ। ਠੀਕ ਹੈ, ਅਤੇ ਸਾਰੇ ਪ੍ਰਸ਼ਨਾਂ ਨੂੰ ਨੋਟ ਕਰਦੇ ਜਾਣਾ ਹੁੰਦਾ, ਜੋ ਐਡੀਸ਼ਨਲ ਇਨਫੋਰਮੇਸ਼ਨ ਹੁੰਦੀ ਹੈ ਕਲਾਸ ਦੇ ਵਿੱਚ। ਠੀਕ ਹੈ ਜੀ, ਉਸ ਨੂੰ ਨੋਟ ਕਰਕੇ ਜਾਣਾ ਅਤੇ ਬਾਕੀ ਇਸ ਦੀ PDF ਤੁਹਾਨੂੰ ਮਿਲ ਜਾਂਦੀ ਹੈ। ਠੀਕ ਹੈ, ਤਾਂ ਆਪਾਂ ਮਿਲਦੇ ਹਾਂ ਸਟੂਡੈਂਟਸ ਨੈਕਸਟ ਕਲਾਸ ਦੇ ਵਿੱਚ। ਗੁੱਡ ਬਾਏ, ਟੇਕ ਕੇਅਰ।